सतनाम श्री वाहिगुरु साहिब जीओ। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। चल रहे लड़ीवार प्रसंग धन धन गुरु तेग बहादुर साहिब जी महाराज जी दे अध्याय 40वें विच अज आपां सूलीसर विच एक चोर नूं सूली का प्रसंग सरवण करांगे। आओ बड़े प्रेम नाल यह प्रसंग सरवण करिए। सच्चे पातशाह श्री गुरु तेग बहादुर साहिब जी महाराज चलदे चलदे सूलीसर पिंड पहुँच गए तो शुभ थां वेख के उत्थे डेरा कीता। जद सूरज डुब गया तो सारे हनेरा हो गया। फिर सारे आराम करन लग गए। दो चोर गुरु जी दे नाल लग गए। कई दिनों तो मूर्ख भागे गुरु जी दे मगर लगे हुए सन। ਉਹ ਦੋਵੇਂ ਘੋੜੇ ਲਿਜਾਣਾ ਚਾਹੁੰਦੇ ਸਨ, ਇਸ ਲਈ ਦੋਵੇਂ ਇਸੇ ਤਾਕ ਵਿੱਚ ਸਨ। ਉਹ ਕੁਝ ਦੂਰੀ ਤੇ ਡੇਰੇ ਤੇ ਲੁੱਕ ਕੇ ਬੈਠ ਗਏ। ਵੇਖਦੇ ਸਨ ਕਿ ਜਦ ਦਾ ਲੱਗੇ ਤੇ ਘੋੜੇ ਖੋਲ ਕੇ ਲਿਜਾਈਏ। ਤਦ ਉਹਨਾਂ ਨੇ ਇੱਕ ਵੱਡੇ ਸ਼ੇਰ ਨੂੰ ਗੁਰੂ ਜੀ ਦੇ ਡੇਰੇ ਵੱਲ ਆਉਂਦਿਆਂ ਵੇਖਿਆ। ਉਹ ਚਾਰੇ ਪਾਸੇ ਬੰਧਨਾ ਕਰਕੇ ਫੇਰਿਆ। ਇਸ ਤਰ੍ਹਾਂ ਪਾਪਾਂ ਦੇ ਨਾਸ਼ ਕਰਨ ਵਾਲੇ ਗੁਰੂ ਜੀ ਨੂੰ ਮਨਾ ਕੇ ਫਿਰ ਉਹ ਜੰਗਲ ਵਿੱਚ ਚਲਾ ਗਿਆ। ਇਹ ਵੇਖ ਕੇ ਦੋਵੇਂ ਚੋਰ ਲੁੱਕ ਗਏ। ਉਹਨਾਂ ਵਿੱਚੋਂ ਇੱਕ ਚੋਰ ਕਹਿਣ ਲੱਗਾ, ਇਹ ਸੱਚਾ ਪੀਰ ਹੈ, ਇਸ ਗੁਣੀ ਗਹੀਰ ਨੂੰ ਉਚਿਤ ਮੰਨਣਾ ਚਾਹੀਦਾ ਹੈ। ਜਿਸ ਪਾਸ ਪਸ਼ੂ ਸ਼ੇਰ ਚੱਲ ਕੇ ਆ ਗਿਆ ਹੈ, ਨਮਸਕਾਰ ਅਤੇ ਪਰਿਕਰਮਾ ਕਰਕੇ ਚਲਾ ਗਿਆ ਹੈ। ਮੈਂ ਤਾਂ ਇਹਨਾਂ ਦੀ ਚੋਰੀ ਨਹੀਂ ਕਰਾਂਗਾ। ਇਹਨਾਂ ਨੂੰ ਦੋਵੇਂ ਹੱਥ ਜੋੜ ਕੇ ਬੰਧਨਾ ਕਰਦਾ ਹਾਂ। ਹਿਰਦੇ ਵਿੱਚ ਆਪਣਾ ਭਲਾ ਧਾਰਨ ਕਰੀਏ। ਚਲੋ ਕਿਸੇ ਹੋਰ ਥਾਂ ਜਾ ਕੇ ਚੋਰੀ ਕਰੀਏ। ਇਹ ਸੁਣ ਕੇ ਦੂਸਰੇ ਨੇ ਕਿਹਾ, ਕਿਉਂ ਆਪਣੇ ਮਨ ਵਿੱਚ ਭਰਮ ਕੀਤਾ ਹੈ? ਕਿਸੇ ਨੂੰ ਕੀ ਪਤਾ ਸ਼ੇਰ ਕਿਉਂ ਆਇਆ ਸੀ? ਤੂੰ ਕਿਹੜੀ ਵੱਡੀ ਕਰਾਮਾਤ ਵੇਖੀ ਹੈ? ਕਈਆਂ ਦਿਨਾਂ ਦੇ ਅਸੀਂ ਗੁਰੂ ਜੀ ਦੇ ਮਗਰ ਲੱਗੇ ਹੋਏ ਹਾਂ। ਅੱਜ ਆਕਾਸ਼ ਵਿੱਚ ਬੱਦਲ ਘਿਰੇ ਹੋਣ ਕਰਕੇ ਬਹੁਤ ਹਨੇਰਾ ਹੈ। ਘੋੜੇ ਛੱਡ ਕੇ ਕਿਵੇਂ ਚਲੇ ਜਾਵਾਂਗੇ? ਅੱਜ ਘੋੜੇ ਭਲੀ ਪ੍ਰਕਾਰ ਨਾਲ ਲੈ ਕੇ ਜਾਵਾਂਗੇ। ਹਿਰਦੇ ਵਿੱਚ ਕਿਸੇ ਪ੍ਰਕਾਰ ਦਾ ਸੰਦੇਹ ਨਾ ਕਰੀਏ। ਬਹੁਤ ਕੀਮਤੀ ਦੋਵੇਂ ਘੋੜੇ ਲੈ ਕੇ ਜਾਵਾਂਗੇ। ਇੱਕ ਵਾਰ ਜੇ ਮੈਂ ਘੋੜੇ 'ਤੇ ਚੜ੍ਹ ਗਿਆ ਫਿਰ ਵਾਪਸ ਨਹੀਂ ਦਿਆਂਗਾ, ਲੈ ਕੇ ਚਲਾ ਜਾਵਾਂਗਾ। ਤੂੰ ਕਿਉਂ ਇੰਨੀ ਵਿਸ਼ਾਲ ਚਿੰਤਾ ਕੀਤੀ ਹੈ? ਤੂੰ ਇੱਕ ਘੜੀ ਠਹਿਰ, ਮੈਂ ਆਪਣੇ ਨਾਲ ਲੈ ਕੇ ਜਾਵਾਂਗਾ। ਇਹ ਸੁਣ ਕੇ ਪਹਿਲੇ ਚੋਰ ਨੇ ਉਸ ਦੀ ਗੱਲ ਮਨ ਵਿੱਚ ਨਾ ਮੰਨੀ, ਉੱਥੇ ਹੀ ਹੱਥ ਜੋੜ ਕੇ ਬੰਧਨਾ ਕੀਤੀ। ਫਿਰ ਪਹਿਲਾ ਚੋਰ ਬਹੁਤ ਡਰ ਮੰਨ ਕੇ ਆਪਣੇ ਘਰ ਨੂੰ ਚਲਾ ਗਿਆ। ਪਰ ਦੂਸਰਾ ਚੋਰ ਉਸ ਥਾਂ ਹੀ ਬੈਠਾ ਰਿਹਾ। ਜਦ ਅੱਧੀ ਰਾਤ ਹੋਈ ਤਾਂ ਉਹ ਚੋਰ ਘੋੜੇ ਦੇ ਨੇੜੇ ਪਹੁੰਚਿਆ। ਪਤਲੀਆਂ ਪਤਲੀਆਂ ਮੀਂਹ ਦੀਆਂ ਕਣੀਆਂ ਪੈਣ ਲੱਗੀਆਂ। ਜਿੱਥੇ ਕਿੱਥੇ ਬਹੁਤ ਹਨੇਰਾ ਪਸਰਿਆ ਹੋਇਆ ਸੀ। ਚੌਂਕੀਦਾਰ ਪਰਦੇ ਹੇਠ ਚਲੇ ਗਿਆ। ਪੁਰੇ ਦੀ ਹਵਾ ਕਰਕੇ ਉਹ ਕੁਝ ਅਲਸਾਇਆ ਹੋਇਆ ਸੀ। ਤਦ ਉਸ ਚੋਰ ਨੇ ਘੋੜਾ ਖੋਲ੍ਹ ਲਿਆ। ਘੋੜੇ ਨੂੰ ਲਗਾਮ ਦੇ ਕੇ ਉੱਪਰ ਚੜ੍ਹ ਗਿਆ। ਜਦ ਡੇਰੇ ਨੂੰ ਲੰਘ ਕੇ ਅੱਗੇ ਚਲੇ ਗਿਆ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ, ਉਹ ਘੋੜਿਆਂ ਦੇ ਪਹਿਰੇਦਾਰਾ, ਜਾਗਦਾ ਹੈ ਕਿ ਸੁੱਤਾ ਹੈ? ਘੋੜੇ ਦੇ ਚੱਲਣ ਦੀ ਆਵਾਜ਼ ਆ ਰਹੀ ਹੈ। ਆਪਣੇ ਥਾਂ ਖਲੋਤਾ ਹੈ ਜਾਂ ਨਹੀਂ? ਹਨੇਰੇ ਵਿੱਚ ਆਪਣੇ ਹੱਥ ਨੂੰ ਫੇਰੋ। ਇਹ ਸੁਣ ਕੇ ਸੇਵਕ ਨੇ ਅੱਖਾਂ ਖੋਲ੍ਹੀਆਂ। ਜਾ ਕੇ ਘੋੜੇ ਦਾ ਥਾਂ ਵੇਖਿਆ। ਜਦ ਘੋੜਾ ਨਾ ਵੇਖਿਆ ਤਾਂ ਫੌਰਨ ਬੋਲਿਆ, ਗੁਰੂ ਜੀ, ਚੋਰ ਨੇ ਘੋੜਾ ਖੋਲ੍ਹ ਲਿਆ ਹੈ। ਹੁਣੇ ਹੀ ਥੋੜ੍ਹਾ ਥੋੜ੍ਹਾ ਮੀਂਹ ਵਰਿਆ ਹੈ। ਮੈਂ ਮੀਂਹ ਤੋਂ ਬਚਣ ਵਾਸਤੇ ਪਰਦੇ ਹੇਠ ਹੋ ਗਿਆ ਸੀ। ਘੋੜੇ ਨੂੰ ਲੈ ਕੇ ਗਏ ਨੂੰ ਦੇਰ ਨਹੀਂ ਹੋਈ ਹੈ। ਇਹ ਮਹਾਂ ਕੁਕਰਮ ਕਿਸ ਮੂਰਖ ਨੇ ਕੀਤਾ ਹੈ? ਗੁਰੂ ਜੀ ਦਾ ਆਦਰ ਨਹੀਂ ਵੇਖਿਆ। ਲੋਕ ਪਰਲੋਕ ਦੋਹਾਂ ਤੋਂ ਹੀਣਾ ਹੋ ਗਿਆ ਹੈ। ਘੋੜਾ ਆਪਣਾ ਆਪ ਵਾਪਸ ਕਰਵਾਓ ਤੇ ਚੋਰ ਨੂੰ ਉੱਚਿਤ ਸਜ਼ਾ ਦਿਵਾਓ, ਨਹੀਂ ਤਾਂ ਇਸ ਦੇਸ਼ ਦੇ ਲੋਕ ਸਾਨੂੰ ਰਾਹ ਵਿੱਚ ਹੀ ਰੋਕ ਕੇ ਵਸਤਾਂ ਖੋਹ ਲੈਣਗੇ। ਤੁਸੀਂ ਹਰ ਪ੍ਰਕਾਰ ਸਮਰੱਥ ਹੋ। ਇਸ ਚੋਰ ਦਾ ਦੰਡ ਰਹਿਤ ਰਹਿਣਾ ਉਚਿਤ ਨਹੀਂ ਹੈ। ਫਿਰ ਰਾਤ ਸਮੇਂ ਉਹ ਆ ਜਾਏਗਾ, ਗਿੱਝਾ ਹੋਇਆ ਕੁਝ ਹੋਰ ਵਸਤਾਂ ਚੁੱਕ ਕੇ ਲੈ ਜਾਏਗਾ। ਜੇ ਆਪਣੀ ਵਿਸ਼ੇਸ਼ ਸ਼ਕਤੀ ਨਹੀਂ ਦਿਖਾਓਗੇ ਤਾਂ ਪ੍ਰਦੇਸ਼ ਵਿੱਚ ਫਿਰਦੇ ਬਚ ਨਹੀਂ ਸਕੋਗੇ। ਇਹ ਸੁਣ ਕੇ ਸਤਿਗੁਰੂ ਜੀ ਨੇ ਕਹਿ ਕੇ ਧੀਰਜ ਦਿੱਤਾ, ਜਿਸ ਨੇ ਇਹ ਕਰਮ ਕੀਤਾ ਹੈ ਉਹ ਜ਼ਰੂਰ ਫਲ ਪਾਵੇਗਾ। ਉਹ ਉੱਤਰ ਵਾਲੇ ਪਾਸੇ ਘੋੜੇ ਨੂੰ ਲੈ ਗਿਆ ਹੈ। ਉਸ ਨੂੰ ਫੜ ਲਓ ਤੇ ਉਸ ਦੇ ਨਾਲ ਭੱਜੋ। ਸੰਘਣੇ ਹਨੇਰੇ 'ਤੇ ਜੇ ਸ਼ੰਕਾ ਕਰੋ ਤੇ ਸਵੇਰ ਹੋਣ 'ਤੇ ਕੰਗਾਲ ਬੁੱਧੀ ਵਾਲੇ ਭਾਵ ਬੁੱਧਹੀਨ ਨੂੰ ਫੜ ਲਓ। ਸਾਡਾ ਘੋੜਾ ਕਿਤੇ ਨਹੀਂ ਚੱਲਿਆ ਹੈ। ਸਵੇਰ ਹੁੰਦਿਆਂ ਹੀ ਇਸ ਥਾਂ ਪ੍ਰਗਟ ਰੂਪ ਵਿੱਚ ਆ ਜਾਏਗਾ।
सतगुरु जी के उदार वचन सुन के धीरज धार के सारे मनुख बैठ गए। कई सुते रहे, कई जाग पे, चोर नूं फड़न की चिंता विच लगे रहे। गल्लां करदिआं सवेर हो गई। तद सतगुरु जी ने निशानदेही दसी। सारे सेवक समझ के दौड़ पए ते अध कोह दे पैंडे ते पहुँच गए। उत्थे चोर नूं खड़ा वेख्या। चोर ने घोड़े नूं वागां तो फड़िया होया सी। सतगुरु जी दे सेवकां ने घोड़े नूं जा फड़िया। मूर्ख चोर सिर निवा के खड़ा रहा। घोड़े समेत उसनूं लै के चल के आ गए। गुरु जी दे पास लिया के उसनूं पेश किया। अध कोह ते यह बैठा सी, यह घोड़े नूं अपने घर नूं लै के क्यों नहीं गया? यह सुन के श्री गुरु तेग बहादुर साहब ने पूछा, सचो सच दस, तू घोड़ा घर लैके क्यों नहीं गया? हे भोले, साढ़े पास ही बैठा रहा है। जद चोर ने सारी गल दसी कि असी दो चोर सी, एक भज गया सी, मैं आके तुहाडा घोड़ा खोलिया, लगाम दे के इस उत्ते सवार हो गया। काफ़ी दूर तक जद मैं राहे राह गया तो उत्थे जाके मैं अन्ना हो गया। जद किसे पासे भी जाया ना जाए तद मैनू अपने साथी दे वचन याद आए। उसने नमस्कार करके एक शेर नूं वेख्या सी। बेशक वह तुरक सी। उसने मैनू बहुत समझाया। मैं उसकी कही एक ना मनी। वह चल के अपने घर नूं चला गया। जद मैं अन्ना हो गया तो बहुत पछताया। फिर वापस होके तुहाडे वाले पासे आया। दिशा का भरम हो गया तो मैथों कुछ जाणिया नहीं सी जांदा। लाचार हो के उस थां ही चला गया। सवेर होण ते फिर तुहाडे सेवक मैनू मिल पए ते गुस्सा धार के उन्होंने मैनू फड़ लिया। मैं अति मूर्ख ने वड्डा पाप किया है ते फिर तुहाडे प्रताप नाल मैनू अखां नाल दिखाई देण लग गया। मैं तुहाडा चोर हाँ, मैनू सज़ा दिओ। नीच ते भैड़ा मार्ग अपनाया है। भागहीन मेरा मन समझिया नहीं है। तुहाडा प्रकाश जगत विच सूरज समान है। सतगुरु जी ने कहा, हे विविचार कमाउण वाले, सारे जग नाल धरो कमाउंदे हो। ये फकीर दा गोदरा है, ਉਹਨੂੰ भी तू छड्डिया नहीं है। पाप कई प्रकार का हुंदा है, पर अजिहा पाप करके बहुत भयानक कष्ट प्राप्त करेगा। फिर भी इन्हां विच बड़ा अंतर है। भावें छोटे तो छोटा होवे ते भावें वड्डे तो वड्डा होवे। कित्थे होरनां दी चोरी करनी, कित्थे संतां दी वस्तु चुराउणी। इस करके चोर नूं की सज़ा देनी चाहिदी है, यह तैनूं ही पुछदे हां। तू आप ही दस दे। जगत विच सूली ते चढ़ाउणा प्रगट है, वह आप ही कर लै। यह कह के दासां पासों छुड़वाया। चोर बच के हथ जोड़ के बोलिया, जिवें आप जी का हुक्म होवे उस तरह ही कर लवांगा। मेरे वास कुछ नहीं है। हुण मरना ही भला पछाणो। मैं तुहाडा महान अपराध किया है। श्री गुरु जी ने कहा, जंड दे रुख थले खड़े हो जा, इसकी लकड़ी ते चढ़ के अपना शरीर त्याग दे। यह सुन के चोर जंड दे पेड़ ते चढ़ गया। उच्चा डाणा झट फड़ लिया, जोर नाल तोड़िया, जिवें वह बहुत तिखा सी। सारिਆਂ ਦੇ ਵੇਖਦਿਆਂ ਭਿਆਨਕ ਕਾਰਜ ਕੀਤਾ। उस उत्ते अपना पेट टिकाया ते अपना जीवन खपाउण लई जोर लाया। जद उसके आसरे हो गया, पेट फट गया ते लक्कड़ अंदर दाखिल हो गई। तुरंत चढ़ाई कर गया। सो स्थान हाले भी उत्थे है। लोग जिस पिंड का नां सूलीसर कहते हैं। एक दो दिन होर उत्थे वासा करके श्री सतगुरु जी ਜਿਹੜੇ अपने सेवकों वास्ते सुखां दी राह सन, फिर उस स्थान तो कूच कर दिता ते बरे नामी पिंड का मार्ग फड़ लिया। सो साध संगत जी, इत्थे 11वीं रास का 40वां अध्याय समाप्त हुंदा है जी। प्रसंग सुणाउंदे होए होईयां अनेक भुल्लां चुक्कां दी खिमा बख्शणी जी। दास नूं आग्या दिओ। वाहिगुरू जी का खालसा, वाहिगुरू जी की फतेह।